नमस्कार, ओम शांति ते नाले सत श्री अकाल। सतगुरु करता पुरख च मैं अज फिर तुहाडा स्वागत करदी हां। अज फिर असीं इस प्रोग्राम च तुहाडे वर्गों कुछ प्रश्न लैके आए हां, जिन्हां दा हल देने वास्ते तुहानूं पता ही है साडे एक ही मेहमान है, अनुभवी तरीके नाल सानूं साडे प्रश्नां दा हल दिंदे हां। पिछले एपीसोड च असीं गल करिया करदे सी सृष्टि चक्र ते ड्रामा ते नाले नाटक। ਉਹਦਾ ਪ੍ਰਸ਼ਨ ਸਾਡੇ ਦਿਮਾਗ 'ਚ ਬਹੁਤ ਸਮੇਂ ਪਹਿਲੇ ਆਇਆ ਥਾ, ਜਿਹਦਾ ਪ੍ਰਸ਼ਨਾਂ ਦਾ ਹੱਲ ਸਾਨੂੰ ਇਸ ਐਪੀਸੋਡ 'ਚ ਮਿਲਿਆ ਕਰਦੇ। ਅੱਜ ਫਿਰ ਅਸੀਂ ਕੁਝ ਡਰਾਮਾ ਬਾਰੇ 'ਚ ਗੱਲ ਕਰਾਂਗੇ। ਸਾਡੇ ਪ੍ਰਸ਼ਨ ਸ਼ਾਇਦ ਹੀ ਲੱਗਦੇ ਕਿ ਖਤਮ ਹੋ ਸਕਦੇ ਔਰ ਇਹਦਾ ਹੱਲ ਸਾਨੂੰ ਆਸਾਨੀ ਤਰੀਕੇ ਦੇ ਮਿਲਿਆ ਕਰਦਾ, ਜਿਹੜਾ ਅਸੀਂ ਆਪਣੇ ਜੀਵਨ 'ਚ ਅਪਣਾ ਸਕਦੇ ਹਾਂ। ਆਈਏ ਸਤਿਗੁਰੂ ਕਰਤਾ ਪੁਰਖ 'ਚ ਨਿਰਵੈਰ ਭਾਈ ਸਾਹਿਬ ਦਾ ਸਵਾਗਤ ਕਰਦੇ ਹਾਂ। ਸਤਿਗੁਰੂ ਕਰਤਾ ਪੁਰਖ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ। ਧੰਨਵਾਦ, ਸਤਿ ਸ੍ਰੀ ਅਕਾਲ ਜੀ। ਪਿਛਲੇ ਐਪੀਸੋਡ ਤੋਂ ਤੁਸੀਂ ਸਾਨੂੰ ਸ੍ਰਿਸ਼ਟੀ ਦੇ ਚੱਕਰ 'ਚ ਤੇ ਨਾਲੇ 5000 ਵਰਸ਼ ਦੀ ਗਣਨਾ ਦੇ ਬਾਰੇ 'ਚ ਸਾਨੂੰ ਤੁਸੀਂ ਦੱਸਿਆ ਕਿ ਕਿੱਦਾਂ ਅਸੀਂ ਉਹਨੂੰ ਗਿਣਤੀ ਕਰਦੇ ਆ, ਕਿੱਦਾਂ ਸਾਡਾ ਡਰਾਮਾ ਚੱਲਦਾ। ਅੱਜ ਸਾਡਾ ਪ੍ਰਸ਼ਨ ਇਹ ਹੈ ਕਿ ਤੁਸੀਂ ਸਤਯੁਗ ਦੇ ਬਾਰੇ 'ਚ ਜਿਹੜਾ ਜਿਤਨਾ ਵੀ ਸਾਨੂੰ ਦੱਸਿਆ, ਉਸ 'ਚ ਜਿਹੜੇ ਵਿਅਕਤੀ ਹੈ, ਇਨਸਾਨ ਹੈ, ਉਹ ਦੁਖੀ ਹੁੰਦਾ ਜਾਂ ਸੁਖੀ ਹੁੰਦਾ। ਸੁਖੀ ਹੁੰਦਾ ਉਹ ਤਾਂ ਚਲ ਮੰਨਿਆ ਠੀਕ ਹੈ, ਲੇਕਿਨ ਜਿਹੜਾ ਦੁਖੀ ਹੁੰਦਾ ਉਹਦਾ ਨਿਮਿਤ ਕੌਣ ਹੈ? ਅਸੀਂ ਖੁਦ ਜਾਂ ਫਿਰ ਜਿਹੜਾ ਵਿੱਚ ਬੋਲਦੇ ਕਿ ਨਿਸ਼ਚੈ ਬੁੱਧੀ ਹੋ ਕੇ ਰਹੋ, ਜਾਂ ਫਿਰ ਜਿਹੜਾ ਦੁੱਖ ਹੁੰਦਾ ਉਹ ਡਰਾਮਾ ਜਾਂ ਡਰਾਮਾ ਅਨੁਸਾਰ ਸਾਡੇ ਕਰਮ। ਕਿਆ ਬੋਲ ਗਿਆ ਅਸੀਂ? ਸਤਯੁਗ ਜਿਹਨੂੰ ਕਹਿੰਦੇ ਜੀ, ਗੋਲਡਨ ਏਜ ਜੀ। ਸਤਯੁਗ ਔਰ ਤ੍ਰੇਤਾ ਯੁਗ 'ਚ ਉਹਦੇ 'ਚ ਤੇ ਕੋਈ ਕਿਸੇ ਨੂੰ ਦੁੱਖ ਨਹੀਂ ਹੁੰਦਾ, ਨਾ ਦੁੱਖ ਹੁੰਦਾ, ਨਾ ਸ਼ਾਂਤੀ ਹੁੰਦੀ, ਨਾ ਬਿਮਾਰੀ ਹੁੰਦੀ, ਨਾ ਗਰੀਬੀ ਹੁੰਦੀ, ਕੋਈ ਚੀਜ਼ ਨਹੀਂ ਜੀ। ਇਸ ਕਰਕੇ ਉਹ 21 ਜਨਮ ਜਿਹੜੇ ਹੈਗੇ ਆ, ਇਹਦਾ ਦੁਨੀਆ 'ਚ ਵੀ ਇਹ ਕਹਿੰਦੇ ਵੀ ਇਹ ਕਿਸੇ ਅੱਛੇ ਘਰ 'ਚ ਕੋਈ ਬੱਚੀ ਜਾਂਦੀ ਹੈ ਤੇ ਇਹ ਤੇ ਬੱਚੀ ਸਾਡੀ 21 ਕੁਲ ਨੂੰ ਤਾਰ ਦੇਵਾਂਗੇ। ਤਾਂ ਉਹਦਾ ਮਤਲਬ ਹੀ ਇਹ ਹੈ ਕਿ ਸਤਯੁਗ ਤ੍ਰੇਤਾ 'ਚ 1250 ਵਰਸ਼ ਜੀ, 2500 ਵਰਸ਼ ਨਾ ਕੋਈ ਬੁਰਾਈ ਹੈ, ਨਾ ਕੋਈ ਇਹੋ ਜਿਹੇ ਕਰਮ ਹੈਗੇ ਆ ਜੋ ਕਾਰਨ ਬਣ ਦੁੱਖ ਸ਼ਾਂਤੀ ਦਾ। ਜੀ, ਇਸ ਕਰਕੇ ਹੀ ਉਹਨੂੰ ਸਤਯੁਗ ਜਾਂ ਸਵਰਗ ਕਿਹਾ ਜਾਂਦਾ ਹੈ। ਜੀ। ਔਰ ਫਿਰ ਦੁਆਪੁਰ ਔਰ ਕਲਯੁਗ 'ਚ ਆਹਿਸਤਾ ਆਹਿਸਤਾ ਬੁਰਾਈਆਂ ਸ਼ੁਰੂ ਹੁੰਦੀਆਂ। ਤੇ ਇਹ ਇਨਸਾਨ ਦੇ ਕਰਮ ਪਹਿਲੇ ਹੈ ਇਨਸਾਨ ਦਾ ਆਪਣਾ ਸੋਚ। ਅੱਛਾ। ਜਿਸ ਤਰ੍ਹਾਂ ਹੁਣ ਸਾਨੂੰ ਗਿਆਨ ਮਿਲਦਾ ਹੀ ਤੇ ਗਿਆਨ ਦੇਣ ਵਾਲਾ ਗਿਆਨ ਸਾਗਰ ਪਰਮਾਤਮਾ ਪਿਤਾ ਸ਼ਿਵ, ਉਹ ਸਾਨੂੰ ਬਾਰ-ਬਾਰ ਕਹਿੰਦੇ ਆ, ਬੱਚੇ ਆਪਣੇ ਆਪ ਨੂੰ ਆਤਮਾ ਨਿਸ਼ਚੈ ਕਰੋ, ਆਤਮਾ ਨਿਸ਼ਚੈ ਕਰੋ, ਆਤਮਾ ਨਿਸ਼ਚੈ ਕਰੋ। ਕਿਉਂ? ਕਿਉਂਕਿ ਜਦੋਂ ਤੁਸੀਂ ਆਪਣੇ ਆਪ ਨੂੰ ਆਤਮਾ ਸਮਝਣਗੇ ਤੇ ਤੁਹਾਡੇ ਮਨ 'ਚ ਕਿਸ ਦੇ ਬੱਚੇ ਆ ਅਸੀਂ, ਉਹ ਵੀ ਯਾਦ ਆ ਜਾਏਗਾ। ਪਰਮਾਤਮਾ ਦੀ ਸੰਤਾਨ ਹੈਗੇ ਆ ਤੇ ਪਰਮਾਤਮਾ ਦੇ ਬਾਰੇ ਤੇ ਸਾਰੀ ਦੁਨੀਆ 'ਚ ਇਤਨਾ ਗਾਇਨ ਹੈ, ਉਹਨਾਂ ਦਾ ਪੂਜਨ ਹੈ, ਉਹਨਾਂ ਦੀ ਰਿਸਪੈਕਟ ਹੈ। ਤੇ ਉਹਨਾਂ ਦੇ ਬੱਚੇ ਜਿਹੜੇ ਆ, ਵੈਸੇ ਆ ਸਾਡੇ ਪੰਜਾਬ 'ਚ ਜੋ ਗੁਰੂਆਂ ਦੇ ਬੱਚੇ ਸੀ ਉਹਨਾਂ ਨੂੰ ਸਾਹਿਬਜ਼ਾਦੇ ਕਹਿੰਦੇ ਸੀ। ਜੀ, ਜੀ। ਤੇ ਹੁਣ ਇਸ ਵੇਲੇ ਅਗਰ ਇਸ ਚੀਜ਼ ਨੂੰ ਲਿਆ ਜਾਏ ਕਿ ਅਸੀਂ ਪਰਮ ਪਿਤਾ ਪਰਮਾਤਮਾ ਸ਼ਿਵ ਦੇ ਬੱਚੇ ਹੈਗੇ ਆ, ਸਾਲੀਗ੍ਰਾਮ ਹੈ, ਉਹ ਸਰੂਪ ਹੈ। ਲੇਕਿਨ ਅਗਰ ਉਹਦੇ ਦੇ ਹਿਸਾਬ ਨਾਲ ਦੇਖੀਏ ਤੇ ਅਸੀਂ ਉਸ ਵੱਡੇ ਤੋਂ ਵੱਡੇ ਸਾਹਿਬ ਪਰਮਾਤਮਾ ਸ਼ਿਵ ਦੇ ਬੱਚੇ ਹੈਗੇ ਆ। ਤਾਂ ਕੀ ਹੋਏ? ਸਾਹਿਬਜ਼ਾਦੇ ਹੋ ਗਏ। ਤੇ ਸਾਹਿਬਜ਼ਾਦੇ ਸਦਾ ਸੁਖੀ ਰਹਿਣ, ਉਹਦੇ ਵਾਸਤੇ ਪਰਮਾਤਮਾ ਸ਼ਿਵ
ਜਦੋਂ ਗਿਆਨ ਦਿੰਦੇ ਆ ਤੇ ਉਹਦੇ 'ਚ ਖਾਸ ਕਰਮ ਦੀ ਫਿਲਾਸਫੀ ਦੇ ਬਾਰੇ 'ਚ ਬਹੁਤ ਕੁਝ ਸਿਖਾਉਂਦੇ ਆ। ਕਰਮ, ਅਕਰਮ, ਵਿਕਰਮ, ਸ੍ਰੇਸ਼ਟ ਕਰਮ, ਇਹ ਸਭ ਉਹਦੇ 'ਚ ਆ ਜਾਂਦਾ ਜੀ। ਜੋ ਕਰਮ ਮਤਲਬ ਜਦੋਂ ਆਤਮਾ ਇਸ ਸੰਸਾਰ 'ਚ ਆ ਗਈ, ਅੱਛਾ, ਤੇ ਇਹ ਕਰਮ ਖੇਤਰ ਕਹਾਉਂਦਾ ਜੀ। ਸੰਸਾਰ ਕਰਮ ਖੇਤਰ ਹੈ, ਔਰ ਕਰਮ ਖੇਤਰ 'ਚ ਆ ਕਰਕੇ ਤੁਸੀਂ ਜ਼ਰੂਰ ਕਰਮ ਤਾਂ ਕਰਨਗੇ ਹੋ ਨਾ, ਲੇਕਿਨ ਕਿਉਂਕਿ ਤੁਹਾਡੇ ਮਨ 'ਚ ਨਾ ਤੇ ਪਰਮਾਤਮਾ ਦੀ ਯਾਦ ਹੈ, ਸਤਯੁਗ ਦੀ ਗੱਲ ਕਰ ਰਿਹਾ ਮੈਂ, ਨਾ ਹੀ ਤੁਸੀਂ ਕੋਈ ਪੰਜ ਵਿਕਾਰਾਂ ਦੇ ਵਸ਼ ਹੋ ਕਰਕੇ ਕੋਈ ਕਰਮ ਕਰਦੇ ਹੋ ਜੀ। ਇਸ ਕਰਕੇ ਕਰਮ ਅਕਰਮ ਰਹਿੰਦੇ ਆ, ਜਿਹਦਾ ਕੋਈ ਕੀ ਕਹੀਏ ਉਹਨੂੰ, ਅਕਰਮ, ਕਰਮ ਅਕਰਮ, ਮਾਨਾ ਕੋਈ ਉਹਦਾ ਦੁੱਖ ਜਾਂ ਸੁੱਖ ਦਾ ਸਵਾਲ ਹੀ ਨਹੀਂ, ਸੁੱਖ ਹੀ ਸੁੱਖ ਹੈ ਬਸ। ਇਸ ਕਰਕੇ ਉਹਨੂੰ ਸਤਯੁਗ ਕਹਿੰਦੇ ਆ, ਕਿਉਂਕਿ ਸੱਚਾਈ ਦੇ ਆਧਾਰ ਤੇ ਸਾਰਾ ਕਰਮ ਚੱਲਦਾ ਹੈ। ਫਿਰ ਦੁਆਪਰ ਯੁੱਗ ਤੋਂ ਜਦੋਂ ਸ਼ੁਰੂਆਤ ਹੁੰਦੀ ਹੈ ਤੇ ਫਿਰ ਪੰਜ ਵਿਕਾਰਾਂ ਦੀ ਪ੍ਰਵੇਸ਼ਤਾ ਹੁੰਦੀ ਹੈ, ਤਾਂ ਫਿਰ ਉਹ ਕਰਮਾਂ 'ਚ ਥੋੜਾ ਚੇਂਜ ਆ ਜਾਂਦੀ, ਵਿਕਰਮ ਬਣਨੇ ਸ਼ੁਰੂ ਹੋ ਜਾਂਦੇ। ਅੱਛਾ। ਔਰ ਉਹ ਫਿਰ ਸੰਸਕਾਰ ਵੀ ਉਹੋ ਜਿਹੇ ਬਣਨੇ ਸ਼ੁਰੂ ਹੋ ਜਾਂਦੇ। ਜੀ ਭਾਜੀ, ਅਗਲਾ ਪ੍ਰਸ਼ਨ ਹੈ, ਡਰਾਮਾ ਨੂੰ ਸੱਤਿਆ ਸਮਝ ਦੇ ਬਾਰੇ 'ਚ ਸਾਡੇ ਮਨ 'ਚ ਕਿਉਂ ਹੋਇਆ, ਕਾਹਨੂੰ ਹੋਇਆ, ਇੱਦਾਂ ਨਹੀਂ ਹੋਣਾ ਚਾਹੀਦਾ ਥਾ, ਫਿਰ ਵੀ ਉਹ ਪ੍ਰਸ਼ਨ ਉੱਠਦੇ, ਤੇ ਇਹ ਅਸੀਂ ਆਪਣੇ ਮਨ ਨੂੰ ਕਿੱਦਾਂ ਸਮਝਾਈਏ ਕਿ ਇਹ ਪ੍ਰਸ਼ਨ ਨਹੀਂ ਹੋਣੇ ਚਾਹੀਦੇ? क्या निश्चय ही रखना चाहिए? फिर भी निश्चय होने के बाद भी साडे मन च प्रश्न आते। इस करके शिव बाबा ने सानू हुक्म दिता ही जी, ये नहीं क्या कि तुसी मेरी बैठ के पूजा करो, ये नहीं क्या कि मेरे पिंडी ते तुसी जल चढ़ाओ, ये नहीं क्या कि तुसी बेल पत्ती लिया करके वो चढ़ाओ, नहीं। उन्होंने शब्द जिहड़े अगर संस्कृत शब्द लईए, मन मना भाव जी, मन मेरे साथ लगाओ बस। अगर मन शिव बाबा दे नाल तुहाडा लगेगा तो फिर शिव बाबा दे ज्ञान दे अनुसार, शिव बाबा दे पवित्र स्वरूप दे अनुसार, शिव बाबा दे गुणां दे अनुसार तुहाडे संकल्प चलणगे। फिर कोई व्यर्थ संकल्प नहीं चलेगा। अच्छा। और नहीं तो फिर दुनिया च तो है ही ये दे अभिमान चा करके, और फिर जो भी कमियां कमज़ोरियां उन्होंने वश हो करके कर्म करते ने, और वो कर्म का बीज जिहड़ा बोंदे ने, जिहो जिहा बीज होएगा तो फल भी उहो जिहा निकलेगा। इस करके दुख और अशांति दुनिया च वधदी जांदी, घटदी नहीं है। ते परमात्मा पिता देखो कितनी ये साइकोलॉजी की गल है, जदों वो अवतरित होंदे है तो वो आ करके जड़ नूं ठीक करते हैं, बीज नूं ठीक करते हैं कि तुहाडे मन च जिहड़ी ये पंज विकारां दी की कही इहनूं खोट हैगी है, इस नूं हटाओ। अपने मन नूं तुसी पवित्र बनाओ, शुद्ध बनाओ। जितना तुहाडा मन शुद्ध रहेगा, संकल्प तुहाडे शुद्ध रहणगे, तुहाडी वाणी, तुहाडी दृष्टि, तुहाडे कर्म वो सारे ही श्रेष्ठ बन जाणगे। ते श्रेष्ठ कर्म दा फल की है?
ਸ੍ਰੇਸ਼ਟ ਕਰਮ ਕਰਨਗੇ, ਉਹ ਸ੍ਰੇਸ਼ਟ ਸੋਚਣਗੇ, ਹੂੰ ਤੇ ਸ੍ਰੇਸ਼ਟ ਦੇਖਣਗੇ, ਸ੍ਰੇਸ਼ਟ ਬੋਲਣਗੇ, ਸ੍ਰੇਸ਼ਟ ਕਰਮ ਕਰਨਗੇ, ਤੇ ਉਹਦੀ ਰਿਜ਼ਲਟ ਕਿਆ ਹੋਏਗੀ? ਸ੍ਰੇਸ਼ਟ ਹੋਏਗੀ, ਸੁਖ ਦੇਗੀ। ਇਸ ਵੇਲੇ ਜਿਹੜਾ ਦੁਨੀਆ 'ਚ ਹਿਸਾਬ ਕਿਤਾਬ ਹੈ, ਉਹ ਹੈ ਦੁੱਖ ਦੇਣਾ ਔਰ ਦੁੱਖ ਲੈਣਾ। ਤੇ ਉਸ ਭੰਵਰ ਚੋਂ ਬਾਹਰ ਨਿਕਲਣਾ। ਤੁਸੀਂ ਕਦੀ ਭੰਵਰ ਦੇਖਿਆ ਨਹੀਂ ਹੋਏਗਾ ਸ਼ਾਇਦ। ਨਹੀਂ। ਜਦੋਂ ਬਾਰਿਸ਼ ਹੁੰਦੀ ਹੈ, ਵੱਡੇ ਵੱਡੇ ਜਗ੍ਹਾ ਇਹ ਪਹਾੜਾਂ ਤੋਂ ਪਾਣੀ ਆਉਂਦਾ ਹੀ, ਹਾਂਜੀ ਹਾਂਜੀ। ਔਰ ਦਰਿਆ ਦੇ ਵਿੱਚ ਦੇਖੋ ਕਦੀ ਕਦੀ ਚੱਕੀ ਦੀ ਤਰ੍ਹਾਂ ਚੱਲਦਾ ਹੈ। ਅੱਛਾ। ਉਹਦੇ 'ਚ ਕੋਈ ਬੰਦਾ ਆ ਜਾਏ ਤਾਂ ਉਹ ਉਹਨੂੰ ਡੁਬੋ ਦਿੰਦਾ ਹੈ। ਤੈਰਾਕ ਜਿਹੜੇ ਆ ਉਹ ਜਾਣਦੇ ਆ ਇਹੋ ਜਿਹੀ ਜਗ੍ਹਾ 'ਤੇ ਕੀ ਕਰਨਾ ਹੀ, ਪਰ ਕਦੀ ਕਦੀ ਉਹ ਵੀ ਡੁੱਬ ਜਾਂਦੇ ਆ। ਇਸ ਕਰਕੇ ਤੁਹਾਨੂੰ ਜ਼ਿਆਦਾ ਖਿਆਲ ਨਾ ਹੋਏ। ਵੱਡੇ ਵੱਡੇ ਜਿਹੜੇ ਦੁਨੀਆ 'ਚ ਗਿਆਨੀ ਇਹ ਉਹ ਬਹੁਤ ਹੈਗੇ ਆ, ਬੜੇ ਬੜੇ ਟਾਈਟਲ ਆ ਉਹਨਾਂ ਦੇ, ਬੜੇ ਬੜੇ, ਪਰ ਕਦੀ ਕਦੀ ਉਹਨਾਂ ਦੀਆਂ ਵੀ ਗੱਲਾਂ ਇਹੋ ਜਿਹੀਆਂ ਸਾਹਮਣੇ ਆਉਂਦੀਆਂ, ਕਿਉਂਕਿ ਜਿਹੜਾ ਕਲਯੁਗ ਦਾ ਸਮੇਂ ਹੈ, ਕਲਯੁਗ ਦੇ ਅੰਤ ਦੇ ਸਮੇਂ ਉਹ ਜਿਹੜਾ ਭੰਵਰ ਹੈ ਉਹ ਬਹੁਤ ਜ਼ਿਆਦਾ ਫੋਰਸ ਨਾਲ ਚੱਲ ਰਿਹਾ ਹੈ। ਹਾਂਜੀ। ਮਤਲਬ ਸਾਨੂੰ ਨਿਸ਼ਚੇ ਹੋਣਾ ਚਾਹੀਦਾ ਔਰ ਵਿਅਰਥ ਦੇ ਸੰਕਲਪ ਨਹੀਂ ਕਰਨੇ ਚਾਹੀਦੇ। ਵਿਅਰਥ ਤੇ ਬਾਬਾ ਕਹਿੰਦਾ ਤੁਸੀਂ ਮੈਨੂੰ ਦਾਨ ਪੁੰਨ ਕਰ ਦਿਓ। ਕੋਈ ਚੀਜ਼ ਜਦੋਂ ਦਾਨ ਕਰ ਦਿੰਦੇ ਨਾ ਤੇ ਫਿਰ ਤੁਹਾਡੀ ਨਹੀਂ ਹੋ ਰਹਿੰਦੀ ਹੈ। ਜਿਹਨੂੰ ਦਾਨ ਦੇ ਦਿੱਤੀ ਉਹਦੀ ਹੋ ਗਈ। ਤੇ ਤੁਹਾਡੇ ਅਗਰ ਮਨ 'ਚ ਕੋਈ ਇਹੋ ਜਿਹੀ ਗੱਲ ਆਉਂਦੀ ਹੈ, ਤੁਸੀਂ ਸਮਝਦੇ ਹੋ ਕਿ ਇਹ ਵਿਅਰਥ ਹੈ ਔਰ ਇਹਦੇ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੈ, ਤਾਂ ਬਾਬਾ ਕਹਿੰਦਾ ਇਹ ਜਿਹੜੀ ਕੱਖਪਨ ਹੈ ਇਹ ਸਾਰਾ ਮੈਨੂੰ ਦੇ ਦਿਓ। ਤੁਸੀਂ ਮੇਰੇ ਕੋਲੋਂ ਤੁਸੀਂ ਸੁੱਖ ਲਓ, ਸ਼ਾਂਤੀ ਲਓ, ਪਵਿੱਤਰਤਾ ਲਓ। ਇਹੋ ਜਿਹੇ ਕੀ ਕਹੀਏ ਉਹਨੂੰ, ਗਿਆਨ ਦੇ ਰਤਨ ਲਓ, ਅਮੁੱਲੇ ਰਤਨ ਲਓ, ਤਾਂ ਕਿ ਤੁਹਾਡੇ ਜੀਵਨ 'ਚ ਇਤਨਾ ਸ਼ਿੰਗਾਰ ਸੁੰਦਰ ਹੋ ਜਾਏ, ਉਹ ਸਦਾ ਹੀ ਖੁਸ਼ ਰਹਿਣਗੇ। ਜੀ ਭਾਜੀ, ਅਗਲਾ ਪ੍ਰਸ਼ਨ ਹੈ, ਜਿਹੜੀ ਪ੍ਰਕਿਰਤੀ ਆਪਦਾएं और ਜਿਹੜਾ प्रकृति द्वारा मनवांछित फल जड़ सी पाना, ਉਹਦਾ ਆਧਾਰ क्या है? ਪ੍ਰਾਕਿਰਤਿਕ ਆਪਦਾ ਜਿਹੜੀ ਆਉਂਦੀ ਹੈ ਜੀ, ਉਹ ਐਵੇਂ ਹੀ ਨਹੀਂ ਆਉਂਦੀ। ਮਨੁੱਖ ਜਿਹੜਾ ਮਨੁੱਖ ਆਤਮਾ ਹੈਗੇ ਆ, ਜਦੋਂ ਉਹ ਆਪਣੀ ਪ੍ਰਕਿਰਤੀ ਦੇ ਅਨੁਕੂਲ ਸਭ ਕੰਮ ਕਰਦੇ ਆ, ਉਸ ਵੇਲੇ ਉਹਨਾਂ ਨੂੰ ਦੇਵਤਾ ਕਿਹਾ ਜਾਂਦਾ ਹੈ। ਅੱਛਾ। ਸਾਡੀ ਸਭ ਦੀ ਪ੍ਰਕਿਰਤੀ ਅਸਲ 'ਚ ਉਹ ਪਵਿੱਤਰ ਸਰੂਪ ਹੈ, ਸ਼ਾਂਤ ਸਰੂਪ ਹੈ, ਪ੍ਰੇਮ ਸਰੂਪ ਹੈ। ਉਸ ਸਰੂਪ ਦੇ ਅਨੁਕੂਲ ਅਗਰ ਕੰਮ ਕਰਨਗੇ ਉਹ ਤਾਂ ਤੁਹਾਨੂੰ ਸੁੱਖ ਹੀ ਸੁੱਖ ਮਿਲੇਗਾ, ਔਰ ਪ੍ਰਕਿਰਤੀ ਵੀ ਤੁਹਾਨੂੰ ਸਾਥ ਦੇਗੀ। ਇਸ ਕਰਕੇ ਕਿਹਾ ਜਾਂਦਾ ਹੈ ਕਿ ਦੇਵੀ ਦੇਵਤਾ ਜਦੋਂ ਇਸ ਧਰਤੀ 'ਤੇ ਹੁੰਦੇ ਆ ਤਾਂ ਉਸ ਵੇਲੇ ਪ੍ਰਕਿਰਤੀ ਉਹਨਾਂ ਦੀ ਦਾਸੀ ਬਣ ਜਾਂਦੀ ਹੈ, ਮਤਲਬ ਉਹਨਾਂ ਦੀ ਸੇਵਾ ਕਰਦੀ ਹੈ। ਉਹ ਯੋਗ ਬਲ ਦੁਆਰਾ ਉਹਨਾਂ ਦੇ ਆਪਣੀ ਜਿਹੜੀ ਸਥਿਤੀ ਹੈਗੀ ਹੈ ਉਹਦੇ ਕਰਕੇ। ਅੱਛਾ। ਔਰ ਉਸ ਕਰਕੇ ਉਹ ਜਦੋਂ ਸੀਜ਼ਨ ਹੈ, ਵੀ ਬਰਸਾਤ ਦੀ ਸੀਜ਼ਨ ਹੈ ਤਾਂ ਬਰਸਾਤ ਹੋਏਗੀ, ਅੱਛਾ। ਗਰਮੀ ਦੀ ਸੀਜ਼ਨ ਹੈ ਤਾਂ ਧੁੱਪ ਨਿਕਲੇਗੀ, ਸਰਦੀ ਦੀ ਸੀਜ਼ਨ ਹੈ ਤਾਂ ਥੋੜੀ ਠੰਡਕ ਦਾ ਆਨੰਦ ਆਏਗਾ। ਮਤਲਬ ਹਿੰਦੁਸਤਾਨ 'ਚ ਰਹਿਣ ਵਾਲਿਆਂ ਨੂੰ ਤਾਂ ਬਹੁਤ ਹੀ ਨਸ਼ਾ ਚਾਹੀਦਾ ਹੀ। ਹਿੰਦੁਸਤਾਨ 'ਚ ਰਹਿਣ ਵਾਲਿਆਂ ਨੂੰ 6 ਮੌਸਮ ਮਿਲਦੇ ਆ ਸਾਲ 'ਚ, ਹਰ 2 ਮਹੀਨੇ ਤੋਂ ਬਾਅਦ ਮੌਸਮ ਬਦਲਦਾ ਜਾਂਦਾ ਜੀ, ਔਰ ਹਰ ਮੌਸਮ ਦਾ ਆਪਣਾ ਆਨੰਦ ਹੈ। ਕੋਈ ਉਹ ਥੋੜਾ ਉਹਨੂੰ ਜਾਣੇ, ਉਹਦੇ ਹਿਸਾਬ ਨਾਲ ਆਪਣੇ ਆਪ ਤਿਆਰੀ ਰੱਖੇ। ਤਾਂ ਪ੍ਰਕਿਰਤੀ ਨੂੰ ਅਸੀਂ ਦਾਨ ਕਿੱਦਾਂ ਦੇਵੇ? ਮਤਲਬ
ਸਹਿਯੋਗ ਦਾ ਜਾਂ ਫਿਰ ਯੋਗ ਬਲ ਦਾ? ਪ੍ਰਕਿਰਤੀ ਦਾ ਸਹਿਯੋਗ ਤੇ ਇਸ ਤਰ੍ਹਾਂ ਹੀ ਕਿ ਪ੍ਰਕਿਰਤੀ ਨੂੰ ਪਹਿਲੇ ਤੇ ਐਪਰੀਸ਼ੀਏਟ ਕਰੀਏ ਹੂੰ ਔਰ ਪ੍ਰਕਿਰਤੀ ਪਤੀ ਬਣ ਕਰਕੇ, ਜਿਸ ਤਰ੍ਹਾਂ ਪ੍ਰਕਿਰਤੀ ਪਤੀ ਕਹੋ ਜਾਂ ਪਿਤਾ ਕਹੋ, ਉਹਦੀ ਸੰਭਾਲ ਕਰਨ ਦੀ ਲੋੜ ਹੈ। ਅੱਛਾ। ਹੁਣ ਅਗਰ ਦੇਖੋ, सब जानते हैं, अगर चारों तरफ बड़ी अच्छी हरियाली है, जी, अच्छे अच्छे फलदार पेड़ हैगे है, फूल बड़े अच्छे अच्छे हैगे है, ਉਹਦੇ ਨਾਲ ਸਾਰਾ ਵਾਯੂਮੰਡਲ ਹੀ ਚੇਂਜ ਹੋ ਜਾਂਦਾ। ਔਰ ਉਹੀ ਅਗਰ ਉਹਦਾ ਧਿਆਨ ਨਾ ਰੱਖੋ ਤਾਂ ਸਾਰੀ ਚਾरों तरफ ਕਾਂਟੇ ਵਾਲੀ ਹੀ ਵਾੜ ਨਜ਼ਰ ਆਏਗੀ ਔਰ ਦੁੱਖ ਦੇਣ ਵਾਲੀਆਂ ਚੀਜ਼ਾਂ ਹੀ ਨਿਕਲਣਗੀਆਂ। ਉੱਥੇ ਸੱਪ ਵੀ ਨਿਕਲਣਗੇ ਤੇ ਨਿਓਲੇ ਵੀ ਨਿਕਲਣਗੇ ਤੇ ਹੋਰ ਵੀ ਕਈ ਗੱਲਾਂ, ਕੀੜੇ ਮਕੌੜੇ ਇਹ ਉਹ ਆ ਕਰਕੇ ਉਹ ਖਾ ਜਾਣਗੇ ਸਭ। ਤੇ ਇਸ ਕਰਕੇ ਪ੍ਰਕਿਰਤੀ ਦਾ ਬੜਾ ਸਹਿਯੋਗ ਚਾਹੀਦਾ ਜੀ ਜੀ। ਔਰ ਪ੍ਰਕਿਰਤੀ ਦਾ ਸਹਿਯੋਗ ਤਾਂ ਹੀ ਮਿਲਦਾ ਜਦੋਂ ਅਸੀਂ ਪ੍ਰਕਿਰਤੀ ਨੂੰ ਕੁਝ ਯੋਗਦਾਨ, ਉਹਦੀ ਸੇਵਾ ਕਰੀਏ। ਕੁਛ ਅਸੀਂ ਸੀਜ਼ਨ ਦੇ ਅਨੁਸਾਰ, ਹਰ ਸਾਲ ਸੀਜ਼ਨ ਦੇ ਅਨੁਸਾਰ कुछ प्लांटेशन करिए, कुछ फल लगाइए, कुछ फूल लगाइए और सब नू मंग च लियाइए, दान पुण्य करिए। जिस तरह अजकल रिवाज है तो बड़ी हसी की गल है, जदों कोई प्रोग्राम च लोगों नू इनवाइट करते हैं तो होर कुछ नहीं तो तुलसी पत्ते दी पौधे देने शुरू कर देते। ये भी अच्छी चीज़ है, हेल्थ वास्ते तो तुलसी अच्छी है। जी जी जी। लेकिन प्रकृति च तो सिर्फ तुलसी नहीं हैगी ना, मेडिसिनल प्लांट्स भी हैगे है जी, फलदार प्लांट्स भी हैगे है, वृक्ष हैगे है और पानी दी प्रिजर्वेशन करने वास्ते ਤੁਹਾਨੂੰ कदी पानी दी दिक्कत ना होए। ਤੇ ਉਹ ਜਿਹੜੇ ਇਹੋ ਜਿਹੇ ਪੇੜ ਹੈਗੇ ਆ, ਜਿਸ ਤਰ੍ਹਾਂ ਪੀਪਲ ਹੈ, ਬੜ ਹੈ, ਜਾਮੁਨ ਹੈ, ਆਮ ਹੈ ਔਰ ਹੋਰ ਵੀ ਇਹੋ ਜਿਹੇ ਵੱਡੇ ਪੇੜ ਜਿਹੜੇ ਹੁੰਦੇ ਆ ਜਿਨ੍ਹਾਂ ਦੀ ਜੜ੍ਹਾਂ ਕਾਫੀ ਨੀਚੇ ਜਾਂਦੀਆਂ ਤੇ ਜਦੋਂ ਬਰਸਾਤ ਹੁੰਦੀ ਹੈ ਤੇ ਹਰੇ ਭਰੇ ਵੀ ਹੁੰਦੇ ਆ ਉਹ ਔਰ ਉਹਨਾਂ ਦੀ ਜਿਹੜੀ ਜੜ ਹੈ ਉਹਦੇ 'ਚ ਪਾਣੀ ਜਮ੍ਹਾਂ ਹੋ ਜਾਂਦਾ। ਜਦੋਂ ਬਰਸਾਤ ਦਾ ਸੀਜ਼ਨ ਪੂਰਾ ਹੋ ਜਾਂਦਾ ਫਿਰ ਵੀ ਦੇਖਣਗੇ ਕਿ ਇਹ ਜਿਹੜੇ ਪੇੜ ਇਹੋ ਜਿਹੇ ਹੈਗੇ ਵੱਡੇ, ਉਹ ਕਦੀ ਤੁਹਾਨੂੰ ਸੁੱਕੇ ਹੋਏ ਨਜ਼ਰ ਨਹੀਂ ਆਉਣਗੇ, ਸਦਾ ਹੀ ਹਰੇ ਭਰੇ। ਉਹਨਾਂ ਦੇ ਉੱਪਰ ਪੱਤੇ ਜਿੰਨੇ ਵੀ ਹੈ ਉਹ ਚੇਂਜ ਹੁੰਦੇ ਰਹਿਣਗੇ, ਕੋਈ ਸੁੱਕ ਗਏ ਤੇ ਗਿਰ ਜਾਣਗੇ ਔਰ ਦੂਸਰੇ ਨਏ ਆ ਜਾਣਗੇ। ਉਹਦਾ ਕਾਰਨ ਕੀ ਹੈ ਕਿ ਪਾਣੀ ਚਾਹੀਦਾ ਔਰ ਪਾਣੀ ਉਹ ਪੇੜਾਂ ਦੀ ਜੜ੍ਹਾਂ 'ਚ ਜਮ੍ਹਾਂ ਹੁੰਦਾ ਹੈ। ਇਸ ਕਰਕੇ ਬਹੁਤ ਮਤਲਬ ਪ੍ਰਕਿਰਤੀ ਦੇ ਜਿਹੜੇ 5 ਤੱਤਵ ਹੈਗੇ ਆ ਉਹਨਾਂ ਦੀ ਬੜੀ ਕਦਰ ਚਾਹੀਦੀ ਹੈ ਸਾਨੂੰ। ਔਰ ਅਗਨੀ, ਅਗਨੀ ਇਹ ਸੂਰਜ, ਉਹਦੇ ਬਿਨਾਂ ਤੇ ਲਾਈਫ ਨਹੀਂ ਹੈ। ਅਗਰ ਲਾਈਫ ਦੁਨੀਆ 'ਚ ਲਾਈਫ ਚਾਹੀਦੀ ਹੈ ਤਾਂ ਅਗਨੀ ਚਾਹੀਦੀ ਹੈ। ਇਸ ਕਰਕੇ ਬਹੁਤ ਥੋੜ੍ਹੀ ਗਹਿਰਾਈ 'ਚ ਜਾਣ। ਇਸ ਕਰਕੇ ਤੁਸੀਂ ਕਦੀ ਦੇਖਿਆ ਜਾਂ ਨਹੀਂ, ਕੁਛ ਸਾਡੇ ਭਾਈ ਭੈਣ ਕਹੋ, ਬ੍ਰਾਹਮਣ ਕਹੋ, ਉਹ ਸਵੇਰੇ ਸਵੇਰੇ ਦਰਿਆ 'ਤੇ ਜਾ ਕਰਕੇ ਜਾਂ ਲੇਕ 'ਤੇ ਜਾ ਕਰਕੇ ਸੂਰਜ ਨਮਸਕਾਰ ਕਰਦੇ ਆ, ਉਹ ਪਾਣੀ ਦਿੰਦੇ ਆ ਸੂਰਜ ਨੂੰ। ਹੁਣ ਸੂਰਜ ਨੂੰ ਕੋਈ ਪਾਣੀ ਉੱਪਰ ਪਹੁੰਚਣਾ ਹੀ, ਲੇਕਿਨ ਇੱਕ ਉਹਨੂੰ ਰਿਸਪੈਕਟ ਦੇ ਰਹੇ ਕਿ ਸੂਰਜ ਪਾਣੀ ਨੂੰ ਇਵੈਪੋਰੇਟ ਕਰਕੇ ਸਾਨੂੰ ਬਾਰਿਸ਼ ਦਿੰਦਾ ਹੈ। ਅੱਛਾ। ਹੁਣ ਇਤਨੀ ਜਿਹੜੀ ਬਾਰਿਸ਼ ਹੁੰਦੀ ਆ ਉਹ ਪਾਣੀ ਕਿੱਥੋਂ ਆਉਂਦਾ ਹੈ? ਤੁਸੀਂ ਦੇਖਦੇ ਹੋ ਬੱਦਲ ਆ ਰਹੇ ਨੇ, ਅਰੇ ਕਾਲੇ ਕਾਲੇ ਬਾਦਲ ਆ ਗਏ, ਬਾਰਿਸ਼ ਆਏਗੀ ਹੁਣ। ਲੇਕਿਨ ਉਹ ਬੱਦਲ ਆਏ ਕਿੱਥੋਂ?
ਸਮੁੰਦਰੀ ਵਾਤਾਵਰਣ 'ਚੋਂ ਬੱਦਲ ਬਣਦੇ ਨੇ ਔਰ ਉਹ ਉੜ ਕਰਕੇ ਜਿੱਥੇ ਲੋੜ ਹੈ ਬਾਰਿਸ਼ ਦੀ ਉੱਥੇ ਆ ਕਰਕੇ ਬਰਸਦੇ ਆ। इस साल हिंदुस्तान चारों तरफ बहुत अच्छी बारिश हुई है और उसके ਉਹਦੇ ਕਾਰਨ ਤੁਹਾਨੂੰ ਪਤਾ ਲੱਗੇਗਾ ਕਿ 11 ਲੱਖ ਏਕੜ ਜ਼ਮੀਨ ਜ਼ਿਆਦਾ ਖੇਤੀ ਵਾਲੀ ਬਣ ਗਈ ਹੈ ਜੀ। ਜਿੰਨੀ ਖੇਤੀ ਜ਼ਿਆਦਾ ਹੋਏਗੀ उपज ज़्यादा होएगी, अनाज ज़्यादा होएगा तो वो तो प्रॉस्पेरिटी की निशानी है। कोई भुखा नहीं मरेगा और अनाज सब नू मिलेगा और ज़रूरत भी है। आबादी भी बढ़ती जाती है तो फिर अनाज भी ज़्यादा चाहिए। जी भाजी, आज तुसी सानू प्रकृति के बारे च सानू दस्या। समय बहुत ही कम हो जाता, साडे प्रश्न उदां ही रह जाते। चलते रहो ना, समय तो बहुत अजे 21 मिनट ही होए। प्रकृति के बारे च तुसी सानू दस्या ते अगला प्रश्न ये है, कल्प ते जिहड़ा पुरुषोत्तम संगम युग इस वेले दे चलिया वा, इस समय प्रकृति आपदाएं जिहड़ी है ते सतयुग द्वापर दे नाले संगम युग च आने वाली प्रकृति च की अंतर होऊगा? इस वेले मनुष्य आत्मा जिहड़े है ਉਹੀ ਕਾਇਦੇ ਨਾਲ ਨਹੀਂ ਚੱਲਦੇ ਕਿਉਂਕਿ ਸ੍ਰਿਸ਼ਟੀ ਤੇ ਹਿਊਮਨ ਬੀਇੰਗ ਜਿਹੜੇ ਹੈਗੇ ਦੇ ਆਰ ਦੀ ਮਾਸਟਰਸ। ਉਹ ਮਾਸਟਰ ਠੀਕ ਹੋਣਗੇ ਤੇ ਤਾਂ ਹੀ ਤੇ ਉਹਨਾਂ ਦੀ ਪ੍ਰਕਿਰਤੀ ਸੇਵਾ ਕਰੇਗੀ। ਹੁਣ ਉਹ ਹੀ ਆਪਣੇ ਸੱਚੇ ਸਰੂਪ 'ਚ ਨਹੀਂ ਰਹਿੰਦੇ ਆ। ਉਹਨਾਂ ਦਾ ਦਿਮਾਗ ਜਿਹੜਾ ਬੜਾ ਇੰਗਲਿਸ਼ ਸ਼ਬਦ ਯੂਜ਼ ਹੁੰਦਾ ਹੀ ਪਰਵਰਟਿਡ ਮਾਈਂਡਡ ਹੈਗੇ। ਹਾਂਜੀ, ਉਲਟਾ ਦਿਮਾਗ। ਹਾਂ, ਤੇ ਇਸ ਕਰਕੇ ਪ੍ਰਵਰਸ਼ਨ ਕਰਕੇ ਕਰਮ ਹੀ ਇਹੋ ਜਿਹੇ ਹੁੰਦੇ ਆ। ਕਰਮਾਂ ਦਾ ਜਿਹੜੀ ਖੇਤੀ ਉਹ ਕਰਦੇ ਨੇ ਉਹਦੀ ਰਿਜ਼ਲਟ ਕਿਆ ਮਿਲੇਗੀ? ਦੁੱਖ ਮਿਲੇਗਾ। ਔਰ ਦੁੱਖ ਕਿਸ ਤਰ੍ਹਾਂ ਮਿਲੇਗਾ? ਦੁੱਖ ਦੇ ਕਈ ਤਰੀਕੇ ਹੈਗੇ ਆ। ਜਿਨ੍ਹਾਂ ਦੇ ਨਾਲ ਕੋਈ ਅਣਬਣ ਹੁੰਦੀ, ਲੜਾਈ ਝਗੜਾ ਹੁੰਦਾ, ਉਹਨਾਂ ਦੇ ਜ਼ਰੀਏ ਵੀ ਮਿਲਦੇ ਆ। ਇਸੇ ਤਰ੍ਹਾਂ ਹੀ ਪ੍ਰਕਿਰਤੀ ਦਾ ਸੱਤਿਆਨਾਸ਼ ਕਰ ਦਿੱਤਾ ਤੇ ਪ੍ਰਕਿਰਤੀ ਵੀ ਫਿਰ ਉਹਨੂੰ ਵੀ ਗੁੱਸਾ ਆ ਜਾਂਦਾ ਜੀ। ਕਿਤੇ ਅੱਗ ਲੱਗ ਰਹੀ ਹੈ ਜੰਗਲਾਂ 'ਚ, ਕਿਤੇ ਜ਼ਰੂਰ ਜ਼ਿਆਦਾ ਬਾਰਿਸ਼ ਹੋ ਰਹੀ ਹੈ, ਕਿਤੇ ਤੂਫਾਨ ਆ ਰਹੇ ਹੈ। ਤੇ ਸਤਯੁਗ ਦੁਆਪਰ ਸਤਯੁਗ ਤ੍ਰੇਤਾ 'ਚ ਜਿਹੜਾ ਹੈ ਪ੍ਰਕਿਰਤਿਕ ਜਿਹੜੀ ਹੈ ਉਹ ਬਿਲਕੁਲ ਕਾਇਦੇ ਨਾਲ ਚੱਲਦੀ। ਉਹ ਕਿੱਦਾਂ ਮਨੁੱਖ ਦੇ ਦੁਆਰਾ ਜਾਂ ਜੋ ਫਿਰ ਉਸ ਵੇਲੇ ਮਨੁੱਖ ਆਤਮਾ ਜਿੰਨੇ ਵੀ ਹੈਗੇ ਆ, ਸਤਯੁਗ ਦੇ ਦੇਵਤਾ ਹੈਗੇ ਆ ਜਾਂ ਤ੍ਰੇਤਾ ਦੇ ਕਸ਼ਤਰੀ ਕਹਿਣ ਚਾਹੁੰਦਾ ਹੀ, ਵੈਸੇ ਹੈ ਤੇ ਹਿਊਮਨ ਬੀਇੰਗ ਸੀ, ਬਟ ਦੇ ਆਰ ਆਲ ਡਿਵਾਈਨ ਸੋਲਸ, ਦੇਵੀ ਗੁਣ ਸੰਪੰਨ ਹੈਗੇ ਆ। ਤੇ ਇਸ ਕਰਕੇ ਉਹਨਾਂ ਦੀ ਜਿਹੜੀ ਆਪਣੀ ਸਥਿਤੀ ਹੈ, ਆਤਮਿਕ ਸਥਿਤੀ, that commands respect from the nature। ਮਤਲਬ ਪ੍ਰਕਿਰਤੀ ਨੂੰ ਆਪਣੇ ਹੱਥ 'ਚ ਕੁਝ ਨਹੀਂ ਹੈ। ਵੈਸੇ ਹੀ ਦੇਖੋ, ਬੜੀ ਸਿੱਧੀ ਜੀ ਗੱਲ ਹੈ ਜੀ। ਹੁਣ ਸਾਡੇ ਪਿੰਡਾਂ 'ਚ ਕੋਈ ਸੰਤ ਆ ਜਾਏ, ਉਹ ਕੱਪੜਾ ਉਹਨਾਂ ਦਾ ਦੇਖ ਕਰਕੇ, ਉਹਨਾਂ ਦੀ ਸਿਰ ਤੇ ਪਗੜੀ ਇਹੋ ਜਿਹੀ ਦੇਖ ਕਰਕੇ, ਉਹਨਾਂ ਦੇ ਗਲੇ 'ਚ ਕੋਈ ਦੁਪੱਟਾ ਇਹੋ ਜਿਹਾ ਦੇਖ ਕਰਕੇ, ਦੂਰੋਂ ਹੀ ਲੋਕ ਉਹਨਾਂ ਨੂੰ ਨਮਸਕਾਰ ਕਰਨ ਪੈਂਦੇ ਆ। ਤੇ ਉਹਨਾਂ ਦਾ ਸਰੂਪ ਹੀ ਇਹੋ ਜਿਹਾ ਹੀ। ਤੇ ਇਸੇ ਤਰ੍ਹਾਂ ਹੀ ਪ੍ਰਕਿਰਤੀ ਜਿਹੜੀ ਹੈ ਉਹ ਵੀ ਸਤਯੁਗ ਤ੍ਰੇਤਾ 'ਚ ਸੁੱਖ ਦੇਣ ਵਾਲੀ ਹੈ। ਕਿਉਂ? ਦੇਵਤਾ ਮਾਨਾ ਹੀ ਜਿਹੜੇ ਇੱਕ ਦੋ ਨੂੰ ਸੁੱਖ ਦੇਣ। ਸੁੱਖ ਦੇਣਾ, ਸੁੱਖ ਲੈਣਾ।
ਇਸ ਅਸੂਲ ਤੇ ਸਤਯੁਗ ਤ੍ਰੇਤਾ ਦਾ 2 ਯੁਗਾਂ ਦਾ ਜਿਹੜਾ ਪਾਰਟ ਚੱਲਦਾ ਹੈ। ਔਰ ਫਿਰ ਬਾਅਦ ਚ ਫਿਰ ਥੋੜਾ ਨੈਗੇਟਿਵ ਉਹਦੇ ਚ ਆਉਂਦਾ, ਜਿਸ ਕਰਕੇ ਫਿਰ ਥੋੜੇ ਹਲਚਲ ਸ਼ੁਰੂ ਹੋ ਜਾਂਦੀ ਹੈ। ਕਿਤੇ ਅਰਥਕੁਏਕ ਆਉਣੇ ਸ਼ੁਰੂ ਹੋ ਗਏ, ਕਿਤੇ ਬਾੜ ਆਉਣੀ ਸ਼ੁਰੂ ਹੋ ਗਈ, ਤੂਫਾਨ ਆਉਣੇ ਸ਼ੁਰੂ ਹੋ ਗਏ, ਕੋਈ ਪਲੇਗ ਆ ਗਈ, ਕੋਈ ਹੋਰ ਬਿਮਾਰੀ ਆ ਗਈ, ਤੇ ਇਹ ਫਿਰ ਸ਼ੁਰੂ ਹੋ ਜਾਂਦਾ ਹੈ। लेकिन कितने कितने सुविधा भी है, सुख सुविधा के साधन भी है, तो क्या बोलूँगे कि ये साधन नहीं चाहिए? ਨਹੀਂ, ਸੁੱਖ ਸੁਵਿਧਾ ਦੇ आवश्यक भी है ਤੁਸੀਂ ਜਿਹਨਾਂ ਨੂੰ ਹੁਣ ਸੁੱਖ ਸੁਵਿਧਾ ਦੇ ਸਾਧਨ ਦੇਖਦੇ ਹੋ, जी। ਸਤਯੁਗ ਤ੍ਰੇਤਾ ਦੇ ਸਾਹਮਣੇ ਤੇ ਕੁਝ ਵੀ ਨਹੀਂ ਹੈ। ਕਿਉਂਕਿ ਜੰਗਲ ਤੇ ਜੰਗਲ ਕੱਟ ਦਿੰਦੇ ਉੱਥੇ। ਤੁਸੀਂ ਇਹ ਦੇਖੋ ਕਿ ਜਦੋਂ ਤੁਹਾਡੇ ਮਹਿਲ ਜਿਹੜੇ ਹੈਗੇ, ਉਸ ਅਗਰ ਅਸੀਂ ਇਸ ਚੀਜ਼ ਨੂੰ ਸਵੀਕਾਰ ਕਰੀਏ ਕਿ ਸਾਡੇ ਮਹਿਲ ਸੋਨੇ ਦੇ ਮਹਿਲ, ਇਹ ਨਹੀਂ ਕਿ ਉਹ ਪੇਂਟ ਲੱਗੇ ਇੱਟਾਂ ਦੇ ਉੱਪਰ ਕੋਈ ਪੋਚੀ ਲਗਾ ਦਿੱਤੀ ਹੈ, ਤੇ ਇਸ ਕਰਕੇ ਜੀ ਉਹਦੀ ਨਿਸ਼ਾਨੀ ਅੱਜ ਦਿਨ ਤਾਈਂ ਚੱਲਦੀ ਰਹਿੰਦੀ ਹੈ। ਪਿੰਡਾਂ 'ਚ ਵੀ ਦੇਖੋ, ਭਾਵੇਂ ਕੱਚੇ ਮਕਾਨ ਬਣਦੇ ਆ, ਫਿਰ ਉੱਪਰ ਉਹਦੇ ਪੋਚੀ ਇਹੋ ਜਿਹੀ ਲਗਾਉਂਦੇ ਆ ਜਿਸ ਤਰ੍ਹਾਂ ਕਿ ਪੀਲਾ ਰੰਗ ਉਹਦੇ 'ਚ ਆ ਜਾਏ। ਜੀ। ਤੇ ਲਾਸਟ 'ਚ ਮੈਂ ਉਹ ਇਹੀ ਬੋਲਦੀ, ਤੁਸੀਂ ਸਾਡੇ ਦਰਸ਼ਕਾਂ ਨੂੰ 5 ਪ੍ਰਕਿਰਤੀ ਜਿਹੜੀ 5 ਤੱਤਵ ਜੋ ਹੈ ਉਹਦੇ ਬਾਰੇ 'ਚ 2 ਮਿੰਟ ਥੋੜਾ ਯੋਗਦਾਨ ਦੇ ਬਾਰੇ 'ਚ ਕੁਝ ਦੱਸਿਏ। ਯੋਗ ਆਪਣੇ ਆਪ ਨੂੰ ਆਤਮਾ ਨਿਸ਼ਚੈ ਕਰਕੇ ਜੋਤੀ ਸਰੂਪ ਆਤਮਾ ਔਰ ਸ਼ਿਵ ਪਰਮਾਤਮਾ ਦੇ ਸਮੀਪ, ਉਹ ਵੀ ਜੋਤੀ ਸਰੂਪ ਜਾਂ ਉਹਨਾਂ ਨੂੰ ਕਹੀਏ ਗਿਆਨ ਸੂਰਯ, ਔਰ ਉਹਨਾਂ ਦੇ ਨਾਲ ਅਸੀਂ ਮਨ ਲਗਾ ਕਰਕੇ ਮਾਸਟਰ ਗਿਆਨ ਸੂਰਯ ਬਣ ਕੇ ਆਪਣੀ ਜਿਹੜੀ ਸ਼ਕਤੀ ਔਰ ਪ੍ਰੇਮ ਦੀ ਕਿਰਨਾਂ ਹੈਗੀਆਂ, ਉਹ ਸਾਰੇ ਬ੍ਰਹਮਾਂਡ 'ਚ ਸਾਰੀ ਪ੍ਰਕਿਰਤੀ ਤੇ ਉੱਪਰੋਂ ਜਿਸ ਤਰ੍ਹਾਂ ਪਰਮ ਧਾਮ ਤੋਂ ਤੁਸੀਂ ਉਹ ਫੈਲਾ ਰਹੇ ਹੋ, ਉਸ ਸਿਮਰਤੀ 'ਚ ਆਪਣੇ ਮਨ ਨੂੰ ਲੈ ਜਾ ਕਰਕੇ ਔਰ ਸ਼ਿਵ ਬਾਬਾ ਦੇ ਨਾਲ ਇਤਨਾ ਪਿਆਰ ਨਾਲ ਨਜ਼ਦੀਕ ਬੈਠ ਕਰਕੇ, ਬੈਠਣਾ ਕੋਈ ਚੌਂਕੜੀ ਲਗਾਉਣ ਦੀ ਗੱਲ ਨਹੀਂ ਹੈ, ਲੇਕਿਨ ਆਪਣੇ ਆਪ ਨੂੰ ਉਸ ਨਿਸ਼ਚੇ 'ਚ ਸਥਿਤ ਕਰਨਾ, ਉਸ ਅਟੈਂਸ਼ਨ 'ਚ ਆਪਣੇ ਆਪ ਨੂੰ ਧਿਆਨ ਦੇਣਾ ਔਰ ਉਸ ਸਿਮਰਤੀ ਸਰੂਪ 'ਚ ਆਪਣੇ ਆਪ ਨੂੰ ਅੱਛੀ ਤਰ੍ਹਾਂ ਸੈੱਟ ਕਰਕੇ, ਔਰ ਫਿਰ ਇੱਕ ਹੀ ਦਿਲ 'ਚ ਤਮੰਨਾ ਚਾਹੀਦੀ ਹੈ ਕਿ ਅਸੀਂ ਆਪਣੇ ਜਿਹੜੇ ਪਵਿੱਤਰਤਾ ਦੇ ਪ੍ਰਕੰਪਨ ਹੈਗੇ ਆ, ਸ਼ਾਂਤੀ ਦੇ ਪ੍ਰਕੰਪਨ ਹੈਗੇ ਆ, ਔਰ ਪ੍ਰੇਮ ਦੇ ਪ੍ਰਕੰਪਨ ਹੈਗੇ ਆ, ਸ਼ਕਤੀ ਦੇ ਪ੍ਰਕੰਪਨ ਹੈਗੇ ਆ, ਇਹ ਅਸੀਂ ਸਾਰੇ ਯੂਨੀਵਰਸ ਨੂੰ ਦਈਏ, ਤਿੰਨਾਂ ਲੋਕਾਂ 'ਚ ਫੈਲਾ ਰਹੀ ਹੈ। ਤੇ ਇਹ ਤਾਂ ਹੀ ਹੋ ਸਕਦਾ ਹੈ ਜਦੋਂ ਤੁਸੀਂ ਉੱਪਰ ਪਰਮ ਧਾਮ 'ਚ ਸ਼ਿਵ ਬਾਬਾ ਦੇ ਨਾਲ ਆਪਣੇ ਆਪ ਨੂੰ ਸਥਿਤ ਕਰਕੇ ਔਰ ਉੱਥੋਂ ਫਿਰ ਆਪਣੇ ਸੰਕਲਪ ਸ਼ਕਤੀ ਨਾਲ ਸਾਰੇ ਤਿੰਨਾਂ ਲੋਕਾਂ ਨੂੰ, ਔਰ ਖਾਸ ਕਰ ਉਹਦੇ 'ਚ ਇਹ 5 ਤੱਤਵਾਂ ਦੀ ਜਿਹੜੀ ਸ੍ਰਿਸ਼ਟੀ ਹੈਗੀ ਹੈ, ਇਸ ਨੂੰ ਆਪਣੇ ਵਾਈਬ੍ਰੇਸ਼ਨ ਦਈਏ, ਤੇ ਫਿਰ ਦੇਖੋ ਕਿਤਨਾ ਫਰਕ ਪੈਂਦਾ ਹੈ। ਮੈਂ ਤਾਂ ਪ੍ਰੈਕਟੀਕਲ ਇੱਥੇ ਦੇਖਦਾ ਹੀ ਕਿ ਜਿੱਥੇ ਉਹ ਇਸ ਤਰ੍ਹਾਂ ਦੇ ਐਕਸਪੈਰੀਮੈਂਟ ਹੁੰਦੇ ਆ, ਉੱਥੇ ਦੀ ਪ੍ਰਕਿਰਤੀ ਬਹੁਤ ਸਹਿਯੋਗ। ਓਕੇ, ਤਾਂ ਸਭ ਨੂੰ ਬਹੁਤ ਬਹੁਤ ਇੰਨਾ ਹੀ ਕਹਾਂਗਾ ਕਿ ਦੇਖੋ, ਇਹ ਬੜੀਆਂ ਸੂਖਸ਼ਮ ਗੱਲਾਂ ਹੈਗੀਆਂ ਹੀ। ਪੰਜਾਬ 'ਚ ਲੋਕ ਗੱਲਾਂ ਸੁਣਦੇ ਵੀ ਹੈਗੇ ਆ, ਪਰ ਕਦੀ ਕਦੀ ਉਹਨੂੰ ਹਸੀ ਮਜ਼ਾਕ 'ਚ ਉਡਾ ਦਿੰਦੇ ਆ, ਲੇਕਿਨ ਨਹੀਂ, ਹੁਣ ਸਮੇਂ ਇਹੋ ਜਿਹਾ ਹੀ
ਥੋੜ੍ਹਾ ਇਹਦੇ 'ਤੇ ਅਟੈਂਸ਼ਨ ਦੇਣਾ ਔਰ ਬੜਾ ਸਿੰਸੀਅਰਲੀ, ਬੜੀ ਜਿਗਰੀ ਤਮੰਨਾ ਚਾਹੀਦੀ ਹੈ ਕਿ ਅਸੀਂ ਸ਼ਿਵ ਬਾਬਾ ਕੋਲੋਂ ਵਰਸੇ 'ਚ ਸੱਚੀ ਸ਼ਾਂਤੀ, ਸੱਚਾ ਸੁੱਖ ਔਰ ਸ੍ਰੇਸ਼ਟ ਸੰਸਕਾਰ ਪ੍ਰਾਪਤ ਕਰੀਏ, ਤਾਂ ਕਿ ਅਸੀਂ ਵੀ ਜੀਵਨ ਮੁਕਤੀ ਦਾ ਆਨੰਦ ਲਈਏ ਔਰ ਇਹ ਦੁਨੀਆ ਜਿਹੜੀ ਹੈ, ਸਾਡੇ ਜਿਹੜੇ ਇਤਨੇ ਕਰੋੜੋਂ ਭਾਈ ਭੈਣ ਹੈਗੇ ਨੇ, ਉਹਨਾਂ ਨੂੰ ਵੀ ਸ਼ਾਂਤੀ ਔਰ ਸੁੱਖ ਦਾ ਅਨੁਭਵ।